ਗੁੱਡ ਮਾਰਨਿੰਗ ਸਟੂਡੈਂਟਸ। ਸੋਸ਼ੀਓਲੋਜੀ ਦੇ ਦੂਸਰੇ ਲੈਕਚਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ। ਪਿਛਲੇ ਲੈਕਚਰ ਦੇ ਵਿੱਚ ਅਸੀਂ ਕਬਾਇਲੀ ਸਮਾਜ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ ਕਿ ਕਬਾਇਲੀ ਸਮਾਜ ਭਾਰਤੀ ਸਮਾਜ ਦਾ ਇੱਕ ਅਜਿਹਾ ਵਰਗ ਹੈ ਜੋ ਸੱਭਿਅਤਾ ਤੋਂ ਦੂਰ ਜੰਗਲਾਂ, ਪਹਾੜਾਂ ਅਤੇ ਘਾਟੀਆਂ ਆਦਿ ਵਿੱਚ ਨਿਵਾਸ ਕਰਦਾ ਹੈ। ਭਾਰਤ ਦੀ ਪੂਰੀ ਜਨਸੰਖਿਆ ਦਾ 8.2% ਹਿੱਸਾ ਕਬਾਇਲੀ ਵਸੋਂ ਦਾ ਹੈ। ਅੱਜ ਅਸੀਂ ਇਸ ਲੈਕਚਰ ਦੇ ਵਿੱਚ ਕਬਾਇਲੀ ਸਮਾਜ ਦਾ ਵਰਗੀਕਰਨ ਕਰਾਂਗੇ। ਹਾਂਜੀ ਬੇਟਾ, ਅੱਜ ਦਾ ਸਾਡਾ ਟੌਪਿਕ ਆ ਕਬਾਇਲੀ ਸਮਾਜ ਦਾ ਵਰਗੀਕਰਨ, ਕਲਾਸੀਫਿਕੇਸ਼ਨ ਆਫ ਟਰਾਈਬਲ ਸੁਸਾਇਟੀ। ਦੇਖੋ ਹੁਣ ਸਭ ਤੋਂ ਪਹਿਲਾਂ ਵਰਗੀਕਰਨ ਸ਼ਬਦ ਦਾ ਅਰਥ ਹੁੰਦਾ ਵੰਡ ਕਰਨੀ, ਡਿਵੀਜ਼ਨ ਕਰਨੀ। ਕਲਾਸੀਫਿਕੇਸ਼ਨ, ਵਰਗੀਕਰਨ, ਡਿਵੀਜ਼ਨ, ਵੰਡ ਕਿ ਸਮਾਜ ਨੂੰ, ਸਮਾਜ ਦਾ ਜੋ ਵੀ ਹਿੱਸਾ, ਅਸੀਂ ਕਬਾਇਲੀ ਸਮਾਜ ਦੀ ਗੱਲ ਕਰ ਰਹੇ ਹਾਂ, ਇਸ ਸਮਾਜ ਨੂੰ ਵੱਖ-ਵੱਖ ਹਿੱਸਿਆਂ ਦੇ ਵਿੱਚ, ਵੱਖ-ਵੱਖ ਰੂਪਾਂ ਦੇ ਵਿੱਚ, ਆਕਾਰ ਦੇ ਆਧਾਰ ਦੇ ਉੱਤੇ, ਵਸੋਂ ਦੇ ਆਧਾਰ ਦੇ ਉੱਤੇ, ਨਸਲ ਦੇ ਆਧਾਰ ਦੇ ਉੱਤੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੰਡ ਕਰਨਾ। ਤਾਂ ਵੰਡ ਵੱਖ-ਵੱਖ ਵਿਦਵਾਨਾਂ ਨੇ ਆਪਣੀ ਆਪਣੀ ਸਮਝ, ਆਪਣੇ ਆਪਣੇ ਅਧਿਐਨ ਦੇ ਆਧਾਰ ਦੇ ਉੱਤੇ ਇਸ ਸਮਾਜ ਦੇ, ਇਸ ਸਮੁਦਾਇ ਦੀ, ਇਸ ਸਮੂਹ ਦੀ ਵੰਡ ਕੀਤੀ ਆ। ਤਾਂ ਉਹਦੇ ਵਿੱਚ ਅਸੀਂ ਮੇਨ ਆਪਣੇ ਸਿਲੇਬਸ ਦੇ ਵਿੱਚ ਤਿੰਨ ਤਰ੍ਹਾਂ ਦੀ ਜਿਹੜੀ ਵੰਡ ਆ ਉਹਨੂੰ ਲਵਾਂਗੇ। ਨੰਬਰ 1 'ਤੇ ਆ ਨਸਲੀ ਵਰਗੀਕਰਨ। ਨਸਲੀ ਵਰਗੀਕਰਨ ਰੈਸੀਅਲ ਕਲਾਸੀਫਿਕੇਸ਼ਨ। ਰੈਸੀਅਲ ਕਲਾਸੀਫਿਕੇਸ਼ਨ ਜਿਹੜਾ ਰੈਸੀਅਲ ਸ਼ਬਦ ਆ ਇਹ ਰੇਸ ਤੋਂ ਨਿਕਲਿਆ, RACE, ਰੇਸ ਸ਼ਬਦ ਨੂੰ ਹੁਣ ਅਸੀਂ ਕਈ ਅਰਥਾਂ ਵਿੱਚ ਲੈ ਲੈਂਦੇ ਹਾਂ, ਠੀਕ ਹੈ। ਬਟ ਇੱਥੇ ਅਸੀਂ ਸਮਾਜ ਸ਼ਾਸਤਰ ਦੇ ਵਿੱਚ, ਸੋਸ਼ੀਓਲੋਜੀ ਦੇ ਵਿੱਚ ਰੇਸ ਸ਼ਬਦ ਦਾ ਅਰਥ ਹੈ ਬਣਤਰ, ਬਾਹਰੀ ਬਣਤਰ, ਬਣਾਵਟ। ਅਤੇ ਮਤਲਬ ਕਿਸੇ ਵੀ ਸਮੂਹ ਦੀ, ਕਿਸੇ ਵੀ ਵਿਅਕਤੀ ਦੀ, ਕਿਸੇ ਵੀ ਸਮੁਦਾਇ ਦੀ ਜਿਹੜੀ ਬਾਹਰੀ ਬਣਾਵਟ ਆ, ਫਿਜ਼ੀਕਲੀ ਬਣਤਰ ਆ, ਠੀਕ ਆ, ਰੰਗ ਰੂਪ, ਆਕਾਰ, ਡਿਫਰੈਂਟ ਤਰੀਕਿਆਂ ਦੇ ਨਾਲ ਜੋ ਵੀ ਅਸੀਂ ਫਿਜ਼ੀਕਲੀ ਬਣਤਰ ਦੇ ਵਿੱਚ ਲੈਂਦੇ ਹਾਂ, ਉਹਦੇ ਆਧਾਰ ਦੇ ਉੱਤੇ ਜਿਹੜੀ ਵੰਡ ਕੀਤੀ ਜਾਂਦੀ ਆ ਉਹਨੂੰ ਨਸਲੀ ਵਰਗੀਕਰਨ ਕਹਿੰਦੇ। ਦੂਸਰੀ ਜਿਹੜੀ ਕਿਸਮ ਆ, ਦੂਸਰੀ ਜਿਹੜੀ ਵੰਡ ਆ ਉਹ ਹੈਗੀ ਆ ਆਰਥਿਕ ਵਰਗੀਕਰਨ, ਇਕਨੋਮਿਕ ਕਲਾਸੀਫਿਕੇਸ਼ਨ। ਇਕਨੋਮਿਕ ਕਲਾਸੀਫਿਕੇਸ਼ਨ ਦੇਖੋ ਨਾਮ ਤੋਂ ਹੀ ਪਤਾ ਚੱਲ ਰਿਹਾ ਸਾਰਿਆਂ ਦਾ ਨਾ, ਆਰਥਿਕ, ਇਕਨੋਮਿਕ ਮਤਲਬ ਵਿਅਕਤੀ ਦੇ ਸਮੁਦਾਇ ਦੇ, ਇਸ ਸਮਾਜ ਦਾ ਜਿਹੜਾ ਕਬਾਇਲੀ ਸਮਾਜ ਦਾ ਜਿਹੜਾ ਸਮੁਦਾਇ ਆ, ਇਸ ਦਾ ਇਕਨੋਮਿਕ ਲੈਵਲ ਆ, ਜਿਹੜਾ ਇਕਨੋਮਿਕ ਪੱਧਰ, ਆਰਥਿਕ ਪੱਧਰ ਆ, ਉਹਦੇ ਆਧਾਰ ਦੇ ਉੱਤੇ ਇਹਨਾਂ ਸਮਾਜਾਂ ਦੀ, ਇਹਨਾਂ ਸਮੂਹਾਂ ਦੀ ਵੰਡ ਕਰਨਾ ਕਿ ਉਹ ਕੰਮ ਕੀ ਕਰਦੇ ਨੇ, ਠੀਕ ਆ, ਉਹਨਾਂ ਦਾ ਰਹਿਣ ਸਹਿਣ ਕਿੱਦਾਂ, ਕਿਸ ਤਰ੍ਹਾਂ ਉਹ ਆਪਣਾ ਜੀਵਨ ਬਸਰ ਕਰਦੇ ਆ, ਉਹਨਾਂ ਦਾ ਲਾਈਫ ਸਟਾਈਲ ਕੀ ਆ, ਉਸ ਬੇਸ ਦੇ ਉੱਤੇ, ਉਸ ਆਧਾਰ ਦੇ ਉੱਤੇ ਵੰਡ ਕੀਤੀ ਗਈ ਆ ਭਾਰਤ ਦੇ ਵੱਖ-ਵੱਖ ਕਬੀਲਿਆਂ ਦੀ। ਨੰਬਰ 3 ਦੇ ਉੱਤੇ ਹੈਗਾ ਭੂਗੋਲਿਕ ਵਰਗੀਕਰਨ, ਜਿਓਗ੍ਰਾਫੀਕਲ ਕਲਾਸੀਫਿਕੇਸ਼ਨ। ਭੂਗੋਲਿਕ, ਜਿਓਗ੍ਰਾਫੀਕਲ, ਪਹਿਲਾਂ ਵੀ ਕਿਹਾ ਕਿ ਨਾਮ ਤੋਂ ਹੀ ਕਲੀਅਰ ਆ, ਇਹਦੇ ਵਿੱਚ ਕੋਈ ਬਹੁਤ ਔਖੀ ਗੱਲ ਨਹੀਂ ਹੈਗੀ। ਜਿਓਗ੍ਰਾਫੀਕਲੀ ਮਤਲਬ ਭਾਰਤ ਦਾ ਜੋ ਜਿਓਗ੍ਰਾਫੀਕਲੀ ਜੋ ਸਾਡੇ ਦੇਸ਼ ਦੀ ਜਿਹੜੀ ਫੀਚਰ ਆ, ਠੀਕ ਆ, ਭਾਰਤ ਦੇ ਜਿਓਗ੍ਰਾਫੀਕਲੀ ਜੋ ਉਹਦੀ ਬਣਤਰ ਆ, ਜੋ ਉਹਦਾ ਆਕਾਰ ਆ, ਖੇਤਰਫਲ ਆ ਜਿਹੜਾ ਭਾਰਤ ਦਾ, ਉਹਦੇ ਆਧਾਰ 'ਤੇ ਅਸੀਂ ਉਹਨੂੰ ਕੁਝ ਹਿੱਸਿਆਂ ਵਿੱਚ ਵੰਡ ਕਰ ਲਾਂਗੇ। ਅਤੇ ਕਿਹੜੇ ਹਿੱਸੇ ਵਿੱਚ ਕਿਹੜੇ ਕਬੀਲੇ ਦੇ ਕਿਸ ਕਿਸਮ ਦੇ ਜਿਹੜੇ ਲੋਕ ਨੇ ਕਿ ਉਹਨਾਂ ਦਾ ਵਰਗੀਕਰਨ ਕਰਾਂਗੇ। ਦੂਸਰੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਕਬੀਲੇ ਦੇ ਲੋਕ, ਇੱਕ ਸਮੁਦਾਇ ਦੇ ਲੋਕ ਦੂਜੇ ਸਮੁਦਾਇ ਦੇ ਨਾਲੋਂ ਡਿਫਰੈਂਟ ਨੇ, ਠੀਕ ਹੈ ਬੇਟਾ। ਹੁਣ ਆਪਾਂ ਇਹਨਾਂ ਤਿੰਨਾਂ ਜਿਹੜੀ ਕਲਾਸੀਫਿਕੇਸ਼ਨ, ਤਿੰਨੇ ਜਿਹੜਾ ਇਹਨਾਂ ਦਾ ਵਰਗੀਕਰਨ ਕੀਤਾ, ਇਹਨਾਂ ਨੂੰ ਆਪਾਂ ਅੱਗੋਂ ਡਿਟੇਲ 'ਚ ਕਰਾਂਗੇ ਇਸ ਲੈਕਚਰ ਦੇ ਵਿੱਚ। ਇਹ ਬਹੁਤ ਹੀ ਇੰਪੋਰਟੈਂਟ ਜਿਹੜਾ ਹੈਗਾ ਵਾ ਟੌਪਿਕ ਆ ਸਾਡਾ ਸੋਸ਼ੀਓਲੋਜੀ ਦਾ, ਨਸਲੀ ਵਰਗੀਕਰਨ। ਹਰ ਵਾਰ ਇਮਤਿਹਾਨ ਦੇ ਵਿੱਚ, ਪੇਪਰ ਦੇ ਵਿੱਚ ਇਹ ਆ ਜਾਂਦਾ ਹੁੰਦਾ ਕੁਐਸਚਨ, 4 ਨੰਬਰ 'ਚ, 2 ਨੰਬਰ ਦੇ ਵਿੱਚ, ਔਰ 1 ਨੰਬਰ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਕੁਐਸਚਨਸ ਬਣਦੇ ਨੇ, ਇਸ ਲਈ ਤੁਸੀਂ ਇਹਨੂੰ ਧਿਆਨ ਨਾਲ ਸੁਣਨਾ। ਅਤੇ ਸਭ ਤੋਂ ਪਹਿਲਾਂ ਨਸਲੀ ਵਰਗੀਕਰਨ, ਮੋਸਟ ਇੰਪੋਰਟੈਂਟ ਨਸਲੀ ਵਰਗੀਕਰਨ, ਰੈਸੀਅਲ ਕਲਾਸੀਫਿਕੇਸ਼ਨ। ਜਿਹੜਾ ਨਸਲੀ ਵਰਗੀਕਰਨ ਆ ਉਸ ਵੱਖ-ਵੱਖ ਸਮਾਜ ਸ਼ਾਸਤਰੀਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ, ਅਤੇ ਇਹਦੇ ਵਿੱਚ ਹਰਬਰਟ ਰੀਜ਼ਲੇ ਜਿਹੜੇ ਸਮਾਜ ਸ਼ਾਸਤਰੀ ਹੋਏ ਨੇ, ਸੋਸ਼ੋਲੋਜਿਸਟ ਹੋਏ ਨੇ, ਉਹਨਾਂ ਨੇ ਭਾਰਤੀ ਜਿਹੜੀ ਸਮਾਜ ਦੀ ਜਿਹੜੀ ਵਸੋਂ ਆ, ਉਹਦੇ ਵਿੱਚ ਜਿਹੜਾ ਕਬਾਇਲੀ ਸਮੁਦਾਇ ਪਾਇਆ ਜਾਂਦਾ, ਉਹਦਾ ਜਿਹੜਾ ਵਰਗੀਕਰਨ ਆ ਨਸਲੀ ਆਧਾਰ ਦੇ ਉੱਤੇ ਕੀਤਾ। ਨਸਲ ਦੇ ਆਧਾਰ ਉੱਤੇ ਉਹਨਾਂ ਨੇ ਭਾਰਤ ਦੇ ਕਬਾਇਲੀ ਸਮੁਦਾਇ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ।
ਤੇ ਇਸ ਤੋਂ ਬਾਅਦ ਨਾਲ ਹੀ ਹਰਬਰਟ ਰਿਜਲੇ ਦੇ ਨਾਲ ਹੀ ਡਾਕਟਰ BS ਗੁਹਾ ਨੇ। ਡਾਕਟਰ BS ਗੁਹਾ ਬਹੁਤ ਹੱਦ ਤੱਕ ਹਰਬਰਟ ਰਿਜਲੇ ਦੇ ਵਿਚਾਰਾਂ ਦੇ ਨਾਲ ਸਹਿਮਤ ਨੇ। ਤਾਂ ਉਹਨਾਂ ਨੇ ਵੀ ਭਾਰਤੀ ਸਮਾਜ ਦਾ ਜਿਹੜਾ ਵਰਗੀਕਰਨ ਕੀਤਾ ਨਸਲੀ ਆਧਾਰ ਦੇ ਉੱਤੇ ਕੀਤਾ। ਤੇ ਉਹਨਾਂ ਨੇ ਹਰਬਰਟ ਰਿਜਲੇ ਨੇ ਜਿਹੜੇ 3 ਵਰਗੀਕਰਨ ਕੀਤੇ ਸੀ ਨਸਲੀ ਆਧਾਰ ਦੇ ਉੱਤੇ, ਉਹਨਾਂ ਦੇ ਨਾਲ ਆਪਣੀ ਸਹਿਮਤੀ ਪ੍ਰਗਟਾਈ ਆ, ਪ੍ਰਮਾਣਿਕ ਮੰਨਿਆ ਉਹਨਾਂ ਨੂੰ। ਪਰ ਉਹਨਾਂ ਨੇ ਉਹਦੇ ਵਿੱਚ ਇੱਕ ਜਿਹੜੀ ਨਸਲ ਆ ਉਹ ਹੋਰ ਐਡ ਕਰ ਦਿੱਤੀ ਹੈ, ਜਿਹਨੂੰ ਆਪਾਂ ਅੱਗੇ ਪੜ੍ਹਾਂਗੇ। ਠੀਕ ਹੈ। ਤਾਂ BS ਗੁਹਾ ਦੇ ਅਨੁਸਾਰ ਭਾਰਤੀ ਜਿਹੜੇ ਕਬਾਇਲੀ ਜਿਹੜਾ ਨਸਲੀ ਵਰਗੀਕਰਨ ਆ ਉਹਦੀਆਂ 4 ਕਿਸਮਾਂ ਨੇ। ਹਰਬਰਟ ਰਿਜਲੇ ਨੇ ਭਾਰਤੀ ਸਮਾਜ ਨੂੰ 3 ਕਿਸਮਾਂ ਦੇ ਵਿੱਚ ਵੰਡਿਆ। ਆਪਾਂ ਹੁਣ ਇਹਨਾਂ ਦੀ ਡਿਟੇਲ ਦੇ ਵਿੱਚ ਆਪਾਂ ਇਹਨਾਂ ਨੂੰ ਕਰਦੇ ਹਾਂ। ਤੇ ਨਸਲੀ ਵਰਗੀਕਰਨ ਵਿੱਚ ਸਭ ਤੋਂ ਪਹਿਲੀ ਕਿਸਮ ਹੈ ਇੰਡੋ ਆਰੀਅਨ। ਦੇਖੋ ਨਾਮ ਨਾਲ ਹੀ ਕਲੀਅਰ, ਇੰਡੋ ਆਰੀਅਨ ਜਿਹੜੀ ਕਿਸਮ ਆ। ਆਰੀਅਨ ਬਾਰੇ ਤੁਸੀਂ ਪੜ੍ਹਿਆ ਹੀ ਹੋਊਗਾ। ਆਰੀਆ ਇੱਕ ਬਹੁਤ ਹੀ ਮਹਾਨ ਜਾਤੀ ਆ। ਤੇ ਭਾਰਤ ਦੇ ਜਿਹੜੇ ਉੱਤਰੀ ਭਾਰਤ ਦੇ ਜਿਹੜੇ ਲੋਕ ਨੇ ਰਹਿਣ ਵਾਲੇ ਨੇ ਉਹ ਆਪਣੇ ਆਪ ਨੂੰ ਆਰੀਅਨ ਦੀ ਸੰਤਾਨ ਮੰਨਦੇ ਨੇ। ਤੁਸੀਂ ਪਿਛਲੀਆਂ ਕਲਾਸਾਂ ਵਿੱਚ ਇਤਿਹਾਸ ਦੇ ਵਿੱਚ ਪੜ੍ਹਿਆ ਹੋਊਗਾ, ਆਰਟਸ ਦੇ ਸਟੂਡੈਂਟ ਹੋ। ਤੇ ਇਹਦੇ ਵਿੱਚ ਦੇਖੋ ਹੁਣ ਇੰਡੋ ਆਰੀਅਨ ਜਿਹੜੀ ਨਸਲ ਇਹਦੇ 'ਚ ਮੇਨ ਚੀਜ਼ਾਂ ਜਿਹੜੀਆਂ ਯਾਦ ਕਰਨ ਵਾਲੀਆਂ ਨੇ, ਉਹਨੇ ਧਿਆਨ ਵਿੱਚ ਰੱਖਣਾ ਕਿ ਇੰਡੋ ਆਰੀਅਨ ਇਹ ਇੱਕ ਕਬਾਇਲੀ ਸਮੁਦਾਇ ਦਾ ਅਜਿਹਾ ਸਮੂਹ ਆ ਜਿਹੜਾ ਪੰਜਾਬ, ਰਾਜਸਥਾਨ ਅਤੇ ਕਸ਼ਮੀਰ ਤੱਕ ਸੀਮਿਤ ਆ। ਦੇਖੋ ਪੰਜਾਬ, ਰਾਜਸਥਾਨ ਅਤੇ ਕਸ਼ਮੀਰ ਇਹ ਤਿੰਨੋਂ ਜਿਹੜੀਆਂ ਸਟੇਟਸ ਨੇ ਇਹ ਭਾਰਤ ਦੇ ਉੱਤਰ ਪੱਛਮ ਦੇ ਵਿੱਚ ਪਾਈਆਂ ਜਾਂਦੀਆਂ। ਠੀਕ ਆ, ਇਹ ਯਾਦ ਰੱਖਣੀਆਂ ਨੇ। ਕਈ ਵਾਰੀ 1 ਨੰਬਰ ਦੇ ਵਿੱਚ ਕੁਐਸਚਨ ਆ ਜਾਂਦਾ ਹੁੰਦਾ ਕਿ ਇੰਡੋ ਆਰੀਅਨ ਕਬੀਲੇ ਕਿੱਥੇ ਪਾਏ ਜਾਂਦੇ ਨੇ। ਪੰਜਾਬ, ਰਾਜਸਥਾਨ, ਕਸ਼ਮੀਰ ਤੱਕ ਸੀਮਿਤ ਹਨ। ਸਰੀਰਕ ਦ੍ਰਿਸ਼ਟੀ ਤੋਂ ਆਪਾਂ ਨਸਲੀ ਵਰਗੀਕਰਨ ਕਰ ਰਹੇ ਹਾਂ ਨਾ। ਨਸਲੀ ਵਰਗੀਕਰਨ ਨਸਲ ਮਤਲਬ ਬਾਹਰ ਦੀ ਜਿਹੜੀ ਬਣਤਰ ਆ, ਬਣਾਵਟ। ਸਰੀਰਕ ਦ੍ਰਿਸ਼ਟੀ ਤੋਂ ਇਸ ਨਸਲ ਦੇ ਲੋਕ ਲੰਬੇ ਕੱਦ ਵਾਲੇ, ਗੋਰੇ ਰੰਗ ਵਾਲੇ, ਗਹਿਰੀਆਂ ਕਾਲੀਆਂ ਅੱਖਾਂ, ਨੱਕ ਛੋਟਾ ਪਰ ਉਭਰਿਆ ਹੋਇਆ ਹੁੰਦਾ ਹੈ। ਇਹ ਇਹਨਾਂ ਦੀ ਬਣਾਵਟ ਯਾਦ ਰੱਖਣੀ ਹੈ ਅਸੀਂ ਕਿਸ ਤਰ੍ਹਾਂ ਦੀ ਹੁੰਦੀ ਹੈ। ਇਸ ਨਸਲ ਦੇ ਕਬਾਇਲੀ ਲੋਕ ਬਹਾਦਰ ਅਤੇ ਲੜਾਕੂ ਹੁੰਦੇ ਹਨ। ਦੇਖੋ ਹੁਣ ਇਹਨਾਂ ਨੂੰ ਯਾਦ ਕਰਨ ਦਾ, ਆਪਣੇ ਦਿਮਾਗ ਦੇ ਵਿੱਚ ਬਿਠਾਉਣ ਦਾ ਇੱਕ ਤਰੀਕਾ ਮੈਂ ਤੁਹਾਨੂੰ ਲੈ ਜਾਂਦੀ ਹਾਂ ਤੁਹਾਡੀਆਂ ਪਿਛਲੀਆਂ ਕਲਾਸਾਂ ਦੇ ਵੱਲ। ਇਤਿਹਾਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਭਾਰਤ ਦੇ ਜਿਹੜੇ ਅਸੀਂ ਆਹ ਉੱਤਰ ਪੱਛਮੀ ਰਾਜਾਂ ਦੀ ਗੱਲ ਕੀਤੀ ਹੈ, ਇਹ ਭਾਰਤ ਦੇ ਉੱਤਰ ਪੱਛਮ ਵਿੱਚ ਸਥਿਤ ਨੇ। ਔਰ ਇਹ ਜਿਹੜੇ ਰਾਜ ਨੇ, ਜਿੰਨੇ ਵੀ ਵਿਦੇਸ਼ੀ ਹਮਲਾਵਰਾਂ ਨੇ ਭਾਰਤ ਦੇ ਉੱਤੇ ਰਾਜ ਕੀਤਾ, ਮੁਗਲ ਆਏ, ਤੁਰਕ ਆਏ, ਅਫਗਾਨ ਆਏ, ਜੋ ਵੀ ਆਏ, ਸਾਰੇ ਭਾਰਤ ਦੇ ਉੱਤਰ ਪੱਛਮੀ ਰਸਤਿਆਂ, ਦਰਿਆਂ ਦੇ ਰਾਹੀਂ ਭਾਰਤ ਵਿੱਚ ਦਾਖਲ ਹੋਏ। ਠੀਕ ਆ। ਅਤੇ ਇਹਨਾਂ ਨੇ ਹਮੇਸ਼ਾ ਪੰਜਾਬ ਦੇ ਰਾਜਸਥਾਨ ਇਹਨਾਂ ਲੋਕਾਂ ਨੂੰ ਹਮੇਸ਼ਾ ਹੀ ਉਹਨਾਂ ਦਾ ਸਾਹਮਣਾ ਕਰਨਾ ਪਿਆ, ਇਸ ਲਈ ਇਹ ਬਹੁਤ ਹੀ ਬਹਾਦਰ ਅਤੇ ਲੜਾਕੂ ਨੇ। ਇਸੇ ਤਰ੍ਹਾਂ ਹੀ ਜਿਹੜੀ ਇਸ ਰਾਜਾਂ ਦੇ ਵਿੱਚ ਕਬਾਇਲੀ ਵਸੋਂ ਪਾਈ ਜਾਂਦੀ ਹੈ, ਕਬਾਇਲੀ ਵਸੋਂ ਦੇ ਲੋਕ ਵੀ ਬਹਾਦਰ ਅਤੇ ਲੜਾਕੂ ਹੁੰਦੇ ਆ। ਅਤੇ ਉਹਨਾਂ ਦੀ ਨਸਲ ਆ ਜਿਹੜੀ, ਉਹਨਾਂ ਦੀ ਫੀਚਰ ਆ ਉਹ ਯਾਦ ਰੱਖਣੀ ਹੈ ਧਿਆਨ ਦੇ ਨਾਲ, ਇੰਡੋ ਆਰੀਅਨ। ਠੀਕ ਹੈ ਜੀ। ਅਗਲੀ ਜਿਹੜੀ ਸਾਡੀ ਦੂਸਰੀ ਕਿਸਮ ਆ ਦਰਾਵਿੜ ਕਿਸਮ। ਦੂਸਰੀ ਜਿਹੜੀ ਨਸਲੀ ਵਰਗੀਕਰਨ ਕੀਤਾ ਦਰਾਵਿੜ ਕਿਸਮ। ਹੁਣ ਇਹ ਜਿਹੜੇ ਲੋਕ ਨੇ ਸ਼੍ਰੀਲੰਕਾ ਤੋਂ ਪੱਛਮੀ ਬੰਗਾਲ ਵਿੱਚ ਗੰਗਾ ਦੀ ਘਾਟੀ ਤੱਕ ਫੈਲੇ ਹੋਏ ਹਨ। ਦੇਖੋ ਸ਼੍ਰੀਲੰਕਾ, ਹੁਣ ਆਪਾਂ ਉੱਤਰੀ ਪਾਸੇ ਦੀ ਗੱਲ ਕੀਤੀ ਸੀ ਇੰਡੀਆ ਦੀ, ਹੁਣ ਆਪਾਂ ਨੀਚੇ ਦੱਖਣ 'ਚ ਚਲੇ ਜਾਣਾ, ਭਾਰਤ ਦੇ ਦੱਖਣ ਵਿੱਚ, ਸਾਊਥ ਵਿੱਚ। ਅਤੇ ਸਾਊਥ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸ਼੍ਰੀਲੰਕਾ ਇਹ ਇੱਕ ਕੰਟਰੀ ਜਿਹੜੀ ਕਿ ਭਾਰਤ ਦੇ ਦੱਖਣ ਦੇ ਵਿੱਚ ਸਥਿਤ ਆ, ਹਿੰਦ ਮਹਾਸਾਗਰ ਦੇ ਵਿੱਚ। ਤਾਂ ਸ਼੍ਰੀਲੰਕਾ ਮਤਲਬ ਭਾਰਤ ਦੇ ਦੱਖਣੀ, ਆਪਾਂ ਭਾਰਤ ਦੀ ਗੱਲ ਕਰਦੇ ਹਾਂ ਕਿ ਦੱਖਣੀ ਸਪੌਟ ਦੇ ਉੱਤੋਂ, ਦੱਖਣੀ ਕਿਨਾਰੇ ਤੋਂ ਲੈ ਕੇ ਪੂਰਬ ਦੇ ਵਿੱਚ ਪੱਛਮੀ ਬੰਗਾਲ ਸਟੇਟ ਆਪਣੀ, ਪੱਛਮੀ ਬੰਗਾਲ ਵਿੱਚ ਗੰਗਾ ਦੀ ਘਾਟੀ ਤੱਕ ਇਹ ਜਿਹੜੇ ਦਰਾਵਿੜ ਕਿਸਮ ਦੀ ਜਿਹੜੀ ਨਸਲ ਆ, ਕਬਾਇਲੀ ਸਮੂਹ ਨੇ ਲੋਕਾਂ ਦੇ, ਉਹ ਫੈਲੇ ਹੋਏ ਹਨ। ਇਸ ਦੇ ਵਿੱਚ ਚੇਨਈ, ਹੈਦਰਾਬਾਦ, ਛੋਟਾ ਨਾਗਪੁਰ ਆ ਜਾਂਦੇ ਹਨ। ਠੀਕ ਹੈ ਬੇਟਾ। ਇਹ ਜਿਹੜੇ ਹੈਗੇ ਨੇ ਦਰਾਵਿੜ ਕਿਸਮ ਦੇ ਜਿਹੜਾ ਭਾਰਤੀ ਸਮੁਦਾਇ ਆ, ਇਹ ਆਪਣੇ ਆਪ ਨੂੰ ਭਾਰਤ ਦਾ ਮੂਲ ਨਿਵਾਸੀ ਮੰਨਦਾ। ਜਿਵੇਂ ਆਪਾਂ ਇੰਡੋ ਆਰੀਅਨ ਦੀ ਗੱਲ ਕੀਤੀ ਹੈ, ਇੰਡੋ ਆਰੀਅਨ ਜਿਹੜੀ ਨਸਲ ਆ ਉਹ ਆਪਣੇ ਆਪ ਨੂੰ ਆਰੀਅਨ ਦੀ ਸੰਤਾਨ ਮੰਨਦੇ ਆ। ਮਤਲਬ ਸਾਊਥ ਮੱਧ ਏਸ਼ੀਆ ਤੋਂ ਇਹ ਜਿਹੜੇ ਆਰੀਆ ਜਾਤੀ ਹੈ ਜਿਹੜੀ ਉਹ ਆਈ, ਅਸੀਂ ਪੜ੍ਹਿਆ ਇਤਿਹਾਸ ਦੇ ਵਿੱਚ। ਅਤੇ ਜਿਹੜੀ ਦਰਾਵਿੜ ਕਿਸਮ ਆ, ਦਰਾਵਿੜ ਆ ਜਿਹੜੀ ਉਹ ਆਪਣੇ ਆਪ ਨੂੰ ਭਾਰਤ ਦੇ ਮੂਲ ਨਿਵਾਸੀ ਮੰਨਦੇ ਆ। ਠੀਕ ਹੈ ਜੀ। ਅਤੇ ਇਸੇ ਤਰ੍ਹਾਂ ਹੀ ਤੀਸਰੀ ਕਿਸਮ, ਇਹਦੇ ਵਿੱਚ ਹੀ ਇਹਦੀ ਆਪਾਂ ਘੱਟ ਉਹ ਕਰ ਲਈ, ਕਿੱਥੇ ਪਾਇਆ ਜਾਂਦਾ ਵਾ ਦਰਾਵਿੜ ਕਿਸਮ ਦੀ ਜਿਹੜੀ ਆ, ਅਤੇ ਭਾਰਤ ਦੇ ਮੂਲ ਨਿਵਾਸੀ। ਅਤੇ ਸਰੀਰਕ ਦ੍ਰਿਸ਼ਟੀ ਤੋਂ ਇਹਨਾਂ ਦੀ ਜਿਹੜੀ ਬਣਾਵਟ ਆ, ਇਹ ਜਿਹੜੇ ਲੋਕ ਨੇ ਇਹਨਾਂ ਦਾ ਰੰਗ ਰੂਪ ਆਕਾਰ ਆ ਜਿਹੜਾ ਕਿਸ ਤਰ੍ਹਾਂ ਦਾ। ਦੇਖੋ ਸਰੀਰਕ ਦ੍ਰਿਸ਼ਟੀ ਤੋਂ ਇਸ ਨਸਲ ਦੇ ਲੋਕਾਂ ਦਾ ਰੰਗ ਕਾਲਾ, ਅੱਖਾਂ
ਰੰਗ ਪੱਕਾ, ਅੱਖਾਂ ਕਾਲੀਆਂ, ਸਿਰ ਵੱਡਾ ਤੇ ਨੱਕ ਚੌੜਾ ਹੁੰਦਾ ਹੈ। ਦੇਖੋ ਸਾਨੂੰ ਪਤਾ ਹੀ ਆ, ਦਿਮਾਗ 'ਚ ਰੱਖਣਾ ਕਿ ਸਾਊਥ ਇੰਡੀਆ ਦੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਫਿਜ਼ੀਕਲੀ ਫੀਚਰਸ ਨੇ, ਉਹਨਾਂ ਦੀ ਜਿਹੜੀ ਬਣਾਵਟ ਆ ਉਹ ਬਹੁਤ ਹੱਦ ਤੱਕ ਇਸੇ ਤਰ੍ਹਾਂ ਦੀ ਹੁੰਦੀ ਹੈ ਸਾਊਥ ਇੰਡੀਅਨਸ ਦੀ। ਤਾਂ ਹੁਣ ਸਾਊਥ ਇੰਡੀਅਨਸ ਦੇ ਵਿੱਚ ਹੀ ਅਸੀਂ ਇਸ ਸਾਊਥ ਇੱਕ ਟਰਾਈਬਲ ਸੁਸਾਇਟੀ ਦੀ ਗੱਲ ਕਰ ਰਹੇ ਹਾਂ। ਸਾਊਥ ਭਾਰਤ ਦੇ ਵਿੱਚ ਪਾਈਆਂ ਜਾਂਦੀਆਂ ਦੱਖਣੀ ਭਾਰਤ ਦੇ ਵਿੱਚ ਕਿ ਸਰੀਰਕ ਦ੍ਰਿਸ਼ਟੀ ਤੋਂ ਲੋਕਾਂ ਦਾ ਰੰਗ ਜਿਹੜਾ ਪੱਕਾ ਹੁੰਦਾ, ਅੱਖਾਂ ਕਾਲੀਆਂ, ਸਿਰ ਵੱਡਾ, ਨੱਕ ਚੌੜਾ ਹੁੰਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਣਾ। ਤੀਸਰੀ ਕਿਸਮ ਹੈਗੀ ਆ ਮੰਗੋਲਾਇਡ ਕਿਸਮ। ਠੀਕ ਹੈ ਬੇਟਾ, ਮੰਗੋਲਾਇਡ ਕਿਸਮ ਹਰਬਰਟ ਰਿਜ਼ਲੇ ਦੇ ਅਨੁਸਾਰ, ਸਮਾਜ ਸ਼ਾਸਤਰੀ ਦੇ ਅਨੁਸਾਰ ਜਿਹੜੇ ਨਸਲੀ ਵਰਗੀਕਰਨ ਕੀਤਾ ਉਹਨਾਂ ਨੇ, ਉਹਦੇ ਵਿੱਚ ਤੀਸਰੀ ਕਿਸਮ ਆ ਮੰਗੋਲਾਇਡ ਕਿਸਮ ਦਾ ਮੰਗੋਲਾਇਡ। ਇਹ ਜਿਹੜੀ ਜਾਤੀ ਆ ਹਿਮਾਲਿਆ ਦੇ ਉੱਤਰ ਪੂਰਬ, ਨੇਪਾਲ, ਬਰਮਾ ਵਿੱਚ ਪਾਈ ਜਾਂਦੀ। ਦੇਖੋ ਧਿਆਨ ਰੱਖਣਾ, ਹਿਮਾਲਿਆ ਪਰਬਤ ਕਿੱਥੇ ਆ? ਜਦੋਂ ਅਸੀਂ ਮਾਈਂਡ ਦੇ ਵਿੱਚ ਲਿਆਉਂਦੇ ਹਾਂ ਭਾਰਤ ਦੀ ਬਣਤਰ ਨੂੰ, ਭਾਰਤ ਨੂੰ, ਅਤੇ ਫਿਜ਼ੀਕਲੀ ਫੀਚਰਸ ਜਦੋਂ ਸਾਡੇ ਦਿਮਾਗ 'ਚ ਆਉਂਦੀਆਂ ਨੇ, ਤਾਂ ਜਿਹੜਾ ਹਿਮਾਲਿਆ ਪਰਬਤ ਆ ਭਾਰਤ ਦੇ ਪੂਰਬ ਦਿਸ਼ਾ ਦੇ ਵਿੱਚ ਬਹੁਤ ਹੀ ਲੰਬੀ, ਉੱਪਰੋਂ ਲੈ ਕੇ ਬਹੁਤ ਹੀ ਲੰਬੀ ਪੇਟੀ ਹੈ ਜਿਹੜੀ ਹਿਮਾਲਿਆ ਦੀ ਬਣੀ ਹੋਈ ਹੈ। ਛੋਟੀਆਂ ਵੱਡੀਆਂ ਚਟਾਨਾਂ, ਪਰਬਤ ਸ਼੍ਰੇਣੀਆਂ ਹਿਮਾਲਿਆ ਦੀ, ਜਿਹੜੇ ਕਿ ਭਾਰਤ ਦੀ ਇੱਕ ਦੀਵਾਰ ਦਾ ਕੰਮ ਕਰਦੇ ਆ, ਭਾਰਤ ਦੀ ਰੱਖਿਆ ਦਾ ਕੰਮ ਕਰਦੇ ਆ। ਤਾਂ ਬਹੁਤ ਹੀ ਪਹਾੜੀ ਏਰੀਆ ਇਹ ਸਾਰਾ। ਠੀਕ ਹੈ, ਉੱਤਰ ਪੂਰਬ ਤੋਂ ਲੈ ਕੇ ਨੇਪਾਲ, ਬਰਮਾ, ਆਸਾਮ, ਮੇਘਾਲਿਆ, ਇਹ ਇੱਥੇ ਤੱਕ ਜਿਹੜੇ ਹਿਮਾਲਿਆ ਪਰਬਤ ਨੇ, ਇੱਥੇ ਜੰਗਲ ਪਾਏ ਜਾਂਦੇ ਨੇ। ਇਹਨਾਂ ਜੰਗਲਾਂ ਦੇ ਵਿੱਚ ਜਿਹੜੇ ਕਬਾਇਲੀ ਸਮਾਜ ਸਮੂਹ ਦੇ ਜਿਹੜੇ ਲੋਕ ਰਹਿੰਦੇ ਨੇ, ਠੀਕ ਹੈ, ਉਹਨਾਂ ਨੂੰ ਮੰਗੋਲਾਇਡ ਕਿਸਮ ਦੇ ਜਿਹੜੀ ਹੈਗੀ ਆ ਕਿਹਾ ਜਾਂਦਾ। ਮੰਗੋਲਾਇਡ ਕਿਸਮ ਆ ਭਾਰਤੀ ਸਮੁਦਾਇ ਦੀ, ਇਹ ਕਬਾਇਲੀ ਸਮੁਦਾਇ ਦੀ। ਇਹਦੀਆਂ ਜਿਹੜੀਆਂ ਫਿਜ਼ੀਕਲੀ ਵਿਸ਼ੇਸ਼ਤਾਵਾਂ ਨੇ, ਉਹਨਾਂ ਦਾ ਸਿਰ ਵੱਡਾ ਹੁੰਦਾ, ਰੰਗ ਗਹਿਰਾ ਹੁੰਦਾ, ਕੱਦ ਆ ਜਿਹੜਾ ਔਸਤ ਨਾਲੋਂ ਛੋਟਾ ਹੁੰਦਾ। ਦੇਖੋ ਕੱਦ ਛੋਟਾ ਨਹੀਂ, ਔਸਤ ਨਾਲੋਂ ਮਤਲਬ ਨੋਰਮਲ ਜਿਹੜੀ ਹਾਈਟ ਆ ਉਹਦੇ ਨਾਲੋਂ ਵੀ ਇਹਨਾਂ ਪਹਾੜੀ ਲੋਕਾਂ ਦੀ ਜਿਹੜੀ ਹਾਈਟ ਆ ਛੋਟੀ ਹੁੰਦੀ ਆ। ਠੀਕ ਆ, ਸਿਰ ਵੱਡਾ ਹੁੰਦਾ, ਅਤੇ ਇਹ ਗੱਲ ਨੂੰ ਧਿਆਨ ਵਿੱਚ ਰੱਖਣਾ। ਅਤੇ ਚੌਥੀ ਜਿਹੜੀ ਕਿਸਮ ਆ ਸਾਇਥੋ ਦਰਾਵੀਡੀਅਨ। ਦੇਖੋ ਨਾਮ ਤੋਂ ਹੀ ਕਲੀਅਰ ਹੋ ਰਿਹਾ, ਸਾਇਥੋ ਦਰਾਵੀਡੀਅਨ। ਸਾਇਥੋ ਦਰਾਵੀਡੀਅਨ ਜਿਹੜੀ ਨਸਲ ਆ ਭਾਰਤੀ ਕਬਾਇਲੀ ਸਮੁਦਾਇ ਦੀ, ਅਤੇ ਇਹ ਨਸਲ ਸਿਥੀਅਨ ਅਤੇ ਦਰਾਵੀਡੀਅਨ ਦੋ ਹੈਗੀਆਂ ਨੇ। ਇਹ ਨਸਲਾਂ ਨੇ ਭਾਰਤ ਦੇ ਵਿੱਚ ਪਾਈਆਂ ਜਾਂਦੀਆਂ, ਰੂਪ ਨੇ, ਕਹਿ ਲਓ ਕਿ ਨਸਲ ਦੇ ਆਧਾਰ 'ਤੇ ਲੋਕਾਂ ਦੀ ਵੰਡ ਆ। ਸਿਥੀਅਨ ਅਤੇ ਦਰਾਵੀਡੀਅਨ, ਇਹਨਾਂ ਦੋਨਾਂ ਦਾ ਮਿਸ਼ਰਣ ਆ ਸਾਇਥੋ ਦਰਾਵੀਡੀਅਨ। ਇਹ ਭਾਰਤ ਦੇ ਪੱਛਮੀ ਖੇਤਰ, ਠੀਕ ਹੈ ਬੇਟਾ, ਪੱਛਮੀ ਖੇਤਰ ਜਦੋਂ ਆਪਾਂ ਭਾਰਤ ਦਾ ਆਪਣਾ ਮੈਪ ਆ ਸਾਹਮਣੇ ਰੱਖਦੇ ਹਾਂ, ਨਕਸ਼ਾ ਇੰਡੀਆ ਦਾ ਆਪਣੇ ਮਾਈਂਡ ਦੇ ਵਿੱਚ ਲੈ ਕੇ ਆਉਂਦੇ ਹਾਂ, ਤਾਂ ਲੈਫਟ ਸਾਈਡ ਵਾਲਾ ਜਿਹੜਾ ਹਿੱਸਾ ਹੱਥ ਹੁੰਦਾ ਆਪਣਾ, ਉੱਧਰ ਪੱਛਮੀ ਦਿਸ਼ਾ ਜਿਹੜੀ ਉਹ ਪਾਈ ਜਾਂਦੀ ਹੈ। ਪੱਛਮ ਦੇ ਵਿੱਚ ਤੁਸੀਂ ਦੇਖਿਓ ਗੁਜਰਾਤ ਆ, ਮੱਧ ਦੇ ਵਿੱਚ ਭਾਰਤ ਦੇ ਬਿਲਕੁਲ ਸੈਂਟਰ ਦੇ ਵਿੱਚ ਪੱਛਮੀ ਖੇਤਰ 'ਤੇ ਗੁਜਰਾਤ ਆ। ਪੱਛਮ ਵਿੱਚ ਗੁਜਰਾਤ ਤੋਂ ਲੈ ਕੇ ਕੁਰੰਗ ਜਿਹੜੀ ਸਟੇਟ ਆ ਬਿਲਕੁਲ ਥੱਲੇ ਦੱਖਣ ਦੇ ਵਿੱਚ, ਪੱਛਮੀ ਖੇਤਰ 'ਚ ਦੱਖਣ ਦੇ ਉੱਤੇ ਪੈ ਜਾਂਦਾ ਗੁਜਰਾਤ ਜਦੋਂ ਆਪਾਂ ਥੱਲੇ ਨੂੰ ਆਉਂਦੇ ਹਾਂ ਲਾਸਟ ਦੇ ਉੱਤੇ ਕੁਰੰਗ ਪਾਇਆ ਜਾਂਦਾ। ਕੁਰੰਗ ਤੱਕ ਫੈਲੇ ਹੋਏ ਹਨ। ਮੱਧ ਪ੍ਰਦੇਸ਼, ਮਹਾਰਾਸ਼ਟਰ ਦੇ ਲੋਕ ਇਸ ਵਿੱਚ ਸ਼ਾਮਿਲ ਹਨ। ਠੀਕ ਹੈ, ਇਸ ਤੋਂ ਬਾਅਦ ਇਹਦੀ ਆਪਾਂ ਫਿਜ਼ੀਕਲੀ ਬਣਤਰ, ਸਰੀਰਕ ਦ੍ਰਿਸ਼ਟੀ ਤੋਂ ਜਿਹੜੇ ਲੋਕ ਨੇ ਕਿਸ ਤਰ੍ਹਾਂ ਦੇ ਨੇ ਇਸ ਸਮੁਦਾਇ ਦੇ ਲੋਕ। ਸਰੀਰਕ ਦ੍ਰਿਸ਼ਟੀ ਤੋਂ ਇਸ ਸਮੁਦਾਇ ਦੇ ਲੋਕਾਂ ਦਾ ਜਿਹੜਾ ਕੱਦ ਆ ਉਹ ਦਰਮਿਆਨਾ ਹੁੰਦਾ, ਗੋਰਾ ਰੰਗ, ਸਿਰ ਚੌੜਾ, ਨੱਕ ਤਿੱਖਾ ਹੁੰਦਾ ਹੈ। ਹਾਈਟ ਆ ਜਿਹੜੀ ਨੋਰਮਲ ਹੁੰਦੀ ਹੈ। ਇੱਥੇ ਮੰਗੋਲਾਇਡ ਕਿਸਮ ਦੇ ਜਿਹੜੇ ਲੋਕ ਨੇ ਉਹਨਾਂ ਦੀ ਔਸਤ ਨਾਲੋਂ ਛੋਟੀ ਹੁੰਦੀ ਆ। ਇਹਨਾਂ ਦਾ ਨੋਰਮਲ ਸਾਈਜ਼ ਹੁੰਦਾ, ਨਾ ਬਹੁਤ ਹੀ ਜ਼ਿਆਦਾ ਲੰਬੇ ਹੁੰਦੇ ਆ, ਨਾ ਹੀ ਬਹੁਤ ਹੀ ਜ਼ਿਆਦਾ ਛੋਟੀ ਹਾਈਟ ਦੇ ਹੁੰਦੇ ਆ। ਰੰਗ ਗੋਰਾ, ਸਿਰ ਚੌੜਾ, ਨੱਕ ਤਿੱਖਾ ਹੁੰਦਾ ਹੈ। ਤਾਂ ਬੇਟਾ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਲਾਸੀਫਿਕੇਸ਼ਨ ਆ ਜਿਹੜੀ ਸਮਝ ਆ ਗਈ ਹੋਵੇਗੀ। ਬਟ ਇਹਦੇ ਵਿੱਚ ਮੇਨ ਚੀਜ਼ਾਂ ਯਾਦ ਕੀ ਕਰਨੀਆਂ, 1 ਨੰਬਰ 2 ਨੰਬਰ ਦੇ ਕੁਐਸਚਨਸ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਨੇ। ਨੋਟ ਲਿਖੋ ਵੀ ਆ ਸਕਦਾ 4 ਨੰਬਰ ਦੇ ਵਿੱਚ ਨਸਲੀ ਵਰਗੀਕਰਨ ਦੇ ਉੱਤੇ। ਇਹਨਾਂ ਦੀ ਬਸ ਸਟੇਟਸ ਨੇ ਜਿਹੜੀਆਂ ਧਿਆਨ ਵਿੱਚ ਰੱਖਣੀਆਂ ਕਿ ਕਿਹੜੀ ਕਿਸਮ ਦੇ ਜਿਹੜੇ ਕਬਾਇਲੀ ਸਮੁਦਾਇ ਨੇ ਉਹ ਕਿੱਥੇ ਪਾਏ ਜਾਂਦੇ ਨੇ, ਅਤੇ ਇਹਨਾਂ ਦੀ ਜਿਹੜੀ ਫਿਜ਼ੀਕਲੀ ਬਣਤਰ ਆ ਉਹ ਕਿਸ ਤਰ੍ਹਾਂ ਦੀ ਆ। ਠੀਕ ਆ, ਤਾਂ ਉਹਨੂੰ ਤੇ ਯਾਦ ਰੱਖਣ ਦੇ ਲਈ ਮੈਂ ਇੱਕ ਕੈਪਚਰ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹਾਂ। ਕੈਪਚਰ ਇਹ ਜਿਹੜੀ ਪਿਕ ਆ, ਇਹ ਫੋਟੋ ਆ ਭਾਰਤ ਦੀ, ਇੰਡੀਆ ਦੇ ਨਕਸ਼ੇ ਦੀ, ਇਹ ਤੁਹਾਡੇ ਦਿਮਾਗ ਵਿੱਚ ਰਹੂਗੀ, ਬਹੁਤ ਹੱਦ ਤੱਕ ਤੁਹਾਨੂੰ ਹੈਲਪ ਕਰੂਗੀ ਤੁਹਾਨੂੰ ਯਾਦ ਰੱਖਣ ਦੇ ਵਿੱਚ ਕਿ ਕਿਹੜੀਆਂ ਜਿਹੜੀਆਂ ਹੈਗੀਆਂ ਨੇ ਕਿੱਥੇ ਪਾਏ ਜਾਂਦੇ ਨੇ ਭਾਰਤ ਦੇ ਕਬਾਇਲੀ ਸਮੁਦਾਇ ਨਸਲ ਦੇ ਆਧਾਰ ਦੇ ਉੱਤੇ। ਯਾਦ ਰੱਖਣਾ। ਦੇਖੋ ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਆ ਇੰਡੋ ਆਰੀਅਨ। ਆ ਇੰਡੀਆ ਦਾ ਨਕਸ਼ਾ, ਭਾਰਤ, ਇਹ ਸਾਡਾ ਭਾਰਤ ਆ।
ਤੇ ਇਹਦੇ ਵਿੱਚ ਹੁਣ ਇੰਡੋ ਆਰੀਅਨ ਜਿਹੜੀ ਨਸਲ ਹੈ ਨੰਬਰ 1 ਤੇ ਹਰਬਰਟ ਰਿਜ਼ਲੇ ਨੇ ਜਿਹੜੀ ਵੰਡ ਕੀਤੀ ਆ, ਉਹ ਦੇਖੋ ਪੰਜਾਬ, ਜੰਮੂ ਕਸ਼ਮੀਰ, ਰਾਜਸਥਾਨ। ਇਹ ਜਿਹੜਾ ਬਰਾਊਨ ਕਲਰ ਦਾ ਤੁਸੀਂ ਦੇਖ ਰਹੇ ਹੋ, ਇਹ ਜਿਹੜਾ ਇਹ ਪੂਰਬੀ, ਇਹ ਜਿਹੜਾ ਹੈਗਾ ਸੌਰੀ ਪੱਛਮੀ, ਉੱਤਰ ਪੱਛਮੀ ਜਿਹੜਾ ਖੇਤਰ ਆ ਭਾਰਤ ਦਾ, ਇੱਥੇ ਜਿਹੜੇ ਲੋਕ ਨੇ ਨਸਲ ਦੇ ਨੇ ਕਬਾਇਲੀ ਸਮੂਹ ਦੇ, ਇਹਨਾਂ ਨੂੰ ਇੰਡੋ ਆਰੀਅਨ ਨਸਲ ਦੇ ਲੋਕ ਕਿਹਾ ਜਾਂਦਾ। ਤੇ ਨੰਬਰ 2 ਤੇ ਅਸੀਂ ਕੀਤੀ ਆ ਦਰਾਵਿੜ। ਦਰਾਵਿੜ ਜਿਹੜੀ ਨਸਲ ਆ ਉਹ ਦੇਖੋ ਭਾਰਤ ਦੇ ਦੱਖਣੀ ਪੂਰਬੀ ਖੇਤਰ ਆ ਜਾਂਦਾ ਇਹ, ਸ਼੍ਰੀਲੰਕਾ। ਆ ਸ਼੍ਰੀਲੰਕਾ ਕੰਟਰੀ ਆ, ਆ ਭਾਰਤ ਦਾ ਸਾਊਥ ਹੈਗਾ, ਦੱਖਣੀ ਪੁਆਇੰਟ ਆ, ਦੱਖਣੀ ਇੱਥੋਂ ਪੁਆਇੰਟ ਤੋਂ ਲੈ ਕੇ ਇਹ ਪੱਛਮੀ ਬੰਗਾਲ ਤੱਕ, ਗੰਗਾ ਦੀ ਘਾਟੀ ਤੱਕ ਇਹ ਫੈਲਿਆ ਹੋਇਆ ਵਾ। ਦਰਾਵਿੜ ਜਿਹੜੀ ਨਸਲ ਆ ਕਬਾਇਲੀ ਸਮੁਦਾਇ ਦੀ ਆ, ਇਹ ਜਿੱਦਾਂ ਜ਼ਿਆਦਾ ਡਰ ਕਿਤੇ ਤੇ ਜ਼ਿਆਦਾ ਕਬਾਇਲੀ ਸਮੁਦਾਇ ਪਾਏ ਜਾਂਦੇ ਆ। ਇੱਥੇ ਥੋੜ੍ਹੇ ਛੋਟੇ ਛੋਟੇ ਸਮੂਹ ਨੇ ਕਬਾਇਲੀ ਸਮਾਜ ਦੇ, ਜੰਗਲਾਂ ਦੇ ਵਿੱਚ ਜਿਹੜੇ ਰਹਿੰਦੇ ਆ, ਉਸ ਨਸਲ ਨੂੰ ਦਰਾਵਿੜੀਅਨ ਨਸਲ ਕਿਹਾ ਜਾਂਦਾ। ਠੀਕ ਆ। ਤੀਸਰੇ ਨੰਬਰ 'ਤੇ ਅਸੀਂ ਕੀਤੀ ਆ ਮੰਗੋਲਾਇਡ ਕਿਸਮ। ਦੇਖੋ ਮੰਗੋਲਾਇਡ, ਮੈਂ ਹਿਮਾਲਿਆ ਪਰਬਤ ਦੀ ਜਿਹੜੀ ਸ਼ਾਖਾ ਵਾ ਜਿਹੜੀ, ਉਹ ਇੱਥੋਂ ਸ਼ੁਰੂ ਹੋ ਜਾਂਦੀ ਆ, ਇੱਥੇ ਅਸਾਮ ਤੱਕ ਇਹ ਸਾਰੀ ਹਿਮਾਲਿਆ ਪਰਬਤ ਚੋਟੀ ਆ। ਤਾਂ ਇਹ ਮੰਗੋਲਾਇਡ ਜਿਹੜੀ ਆ, ਜਿਹੜਾ ਸਟੇਟ ਆ, ਛੋਟੀਆਂ ਛੋਟੀਆਂ ਜਿਹੜੇ ਹੈਗੇ ਨੇ, ਮੇਘਾਲਿਆ, ਅਸਾਮ ਹੋ ਗਿਆ, ਇਹ ਸਾਰੀਆਂ ਕੀ ਆ ਕਬਾਇਲੀ ਸਮੁਦਾਇ ਇੱਥੇ ਬਹੁਤ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਆ, ਆਬਾਦੀ ਹੈ ਜਿਹੜੀ ਇੱਥੇ ਜ਼ਿਆਦਾ। ਪਰ ਫਿਰ ਤੁਸੀਂ ਕਹੋਗੇ ਕਿ ਤੇ ਦਿਖਾਇਆ ਕਿਉਂ ਨਹੀਂ, ਤੇ ਤਾਂ ਨਹੀਂ ਕਿਉਂਕਿ ਬੇਟਾ ਇੱਥੇ ਨਸਲੀ ਮਿਸ਼ਰਣ ਆ ਜਿਹੜਾ ਉਹ ਜ਼ਿਆਦਾ ਮਿਲਦਾ। ਅਸੀਂ ਗੱਲ ਕਰਦੇ ਹਾਂ ਮੰਗੋਲਾਇਡ ਕਿਸਮ ਦੀ, ਤਾਂ ਜਿਹੜਾ ਬਲੂ ਕਲਰ ਦੇ ਵਿੱਚ ਡਾਰਕ ਕੀਤਾ ਹੋਇਆ, ਇੱਥੇ ਜ਼ਿਆਦਾ ਮੰਗੋਲਾਇਡ ਇੱਕੋ ਹੀ ਕਿਸਮ ਦੇ ਜਿਹੜੇ ਕਬਾਇਲੀ ਸਮੂਹ ਨੇ ਉਹ ਰਹਿੰਦੇ ਨੇ। ਪਰ ਜਿਹੜਾ ਏਰੀਆ ਵਾ, ਪੂਰਬੀ ਏਰੀਆ ਵਾ ਭਾਰਤ ਦਾ, ਇੱਥੇ ਨਸਲੀ ਮਿਸ਼ਰਣ ਆ ਜਿਹੜਾ ਜ਼ਿਆਦਾ ਪਾਇਆ ਜਾਂਦਾ। ਤਾਂ ਇਹ ਹਿਮਾਲਿਆ ਪਰਬਤ ਜਿਹੜਾ ਚਿੱਟੀ ਹੋ ਗਈ, ਮੰਗੋਲਾਇਡ ਨਸਲ ਹੋ ਗਈ। ਤੇ ਇਸ ਤੋਂ ਬਾਅਦ ਅਸੀਂ ਲਾਸਟ 'ਤੇ ਕੀਤੀ ਆ ਸਾਈਥੋ ਦਰਾਵਿੜੀਅਨ ਨਸਲ। ਸਾਈਥੋ ਦਰਾਵਿੜੀਅਨ ਨਸਲ ਇੱਧਰ ਦੇਖੋ, ਆ ਭਾਰਤ ਦਾ ਪੱਛਮੀ ਦਿਸ਼ਾ ਵਾ, ਪੱਛਮੀ ਦੱਖਣੀ ਪੱਛਮੀ ਇੱਥੇ ਗੁਜਰਾਤ ਤੋਂ ਲੈ ਕੇ ਮਹਾਰਾਸ਼ਟਰ, ਕੁਰੰਗ ਇੱਥੇ ਥੱਲੇ ਤੱਕ ਆ ਜਾਂਦੇ ਆ। ਇਹ ਸਾਰੀਆਂ ਛੋਟੇ ਛੋਟੇ ਕਬੀਲੇ ਇੱਥੇ ਆ ਚੀਜ਼ ਦੇ ਵਿੱਚ, ਇੱਥੇ ਜਿਹੜੇ ਕਬੀਲੇ ਪਾਏ ਜਾਂਦੇ ਆ, ਇਹ ਸਾਈਥੋ ਦਰਾਵਿੜੀਅਨ ਨਸਲ ਆ ਜਿਹੜੀ, ਉਹ ਭਾਰਤੀ ਕਬੀਲੇ ਨੇ ਜਿਹੜੇ ਪਾਏ ਜਾਂਦੇ ਨੇ। ਅੱਛਾ ਬੇਟਾ, ਉਮੀਦ ਕਰਦੀ ਹਾਂ ਤੁਹਾਨੂੰ ਅੱਜ ਇਹ ਜਿਹੜੀ ਲੈਕਚਰ ਆਪਣਾ ਕਲਾਸੀਫਿਕੇਸ਼ਨ ਆ, ਨਸਲੀ ਵਰਗੀਕਰਨ ਆ, ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਔਰ ਤੁਹਾਡੇ ਮਾਈਂਡ ਦੇ ਵਿੱਚ ਫਿਕਸ ਹੋ ਗਿਆ ਹੋਵੇਗਾ। ਜੇ ਬੇਟਾ ਕੋਈ ਵੀ ਤੁਹਾਡੀ ਕੁਐਰੀ ਆ, ਕੋਈ ਵੀ ਤੁਹਾਨੂੰ ਕੋਈ ਕੁਐਸਚਨ ਜਾਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਗੱਲ ਆ ਰਹੀ ਆ, ਕੁਐਸਚਨ ਆ ਰਿਹਾ, ਤਾਂ ਤੁਸੀਂ ਉਹਨੂੰ ਨਾ ਆਪਣੀ ਨੋਟਬੁੱਕ ਦੇ ਉੱਤੇ ਰਾਈਟ ਕਰ ਲੈਣਾ, ਤਾਂ ਕਿ ਜਦੋਂ ਵੀ ਆਪਾਂ ਕਲਾਸ ਵਿੱਚ ਹੋਈਏ ਤਾਂ ਮੈਂ ਤੁਹਾਡੇ ਜਿਹੜੇ ਸ਼ੰਕੇ ਨੇ ਉਹ ਨਿਵਰਤ ਕਰ ਸਕਾਂ, ਤੁਹਾਡੀਆਂ ਜਿਹੜੇ ਸਵਾਲ ਨੇ ਉਹਨਾਂ ਦਾ ਆਪਾਂ ਉਹਨਾਂ ਦੇ ਬਾਰੇ ਡਿਸਕਸ ਕਰ ਸਕੀਏ। ਤੇ ਠੀਕ ਹੈ ਬੇਟਾ, ਥੈਂਕ ਯੂ ਅੱਜ ਦੇ ਲੈਕਚਰ ਦੇ ਲਈ। ਓਕੇ।